ਬਲਕੌਰ ਸਿੰਘ ਸਿੱਧੂ ਆਪਣੇ ਜਲੰਧਰ ਦੇ ਵਿੱਚ ਰੋਡ ਸ਼ੋਅ ਕਰ ਰਹੇ ਹੈਗੇ ਆ। ਇਹਦੇ ਵਿੱਚ ਇਕੱਲੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਜਾਂ ਆਪਣੇ ਬੇਟੇ ਦੇ ਕਤਲ ਨੂੰ ਲੈ ਕੇ ਇਨਸਾਫ ਦੇ ਲਈ ਉਹ ਕਰ ਰਹੇ ਆ, ਜਾਂ ਇਹਦੇ 'ਚ ਕੋਈ ਸਿਆਸੀ ਮੁੱਦਾ ਵੀ ਤੁਹਾਨੂੰ ਲੱਗਦਾ? ਕੱਲ ਉਹਨਾਂ ਦੀ ਜਲੰਧਰ ਦੇ ਵਿੱਚ ਫੇਰੀ ਸੀਗੀ, ਉਹਨਾਂ ਦੀ ਆਉਣ ਤੋਂ ਪਹਿਲਾਂ ਉੱਥੋਂ ਪੁਲਿਸ ਨੇ ਲੋਕਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਇੱਦਾਂ ਦੀਆਂ ਖਬਰਾਂ ਵੀ ਮੀਡੀਆ ਦੇ ਵਿੱਚ ਆਈਆਂ ਔਰ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀਗੀ, ਜਿੱਦਾਂ ਪੂਰਾ ਇਲਾਕਾ ਹੀ ਜਿਹੜਾ ਹੈਗਾ ਉਹਨਾਂ ਦਾ ਸਵਾਗਤ ਵਾਸਤੇ ਇੱਥੇ ਆ ਗਿਆ ਹੁੰਦਾ। ਪੂਰਾ ਰਾਮਾ ਮੰਡੀ ਜਾਮ ਹੋ ਚੁੱਕਿਆ, ਰਾਮਾ ਮੰਡੀ ਬਲੌਕ ਸੀਗਾ, 4-5 ਕਿਲੋਮੀਟਰ ਤੱਕ ਜਾਮ ਲੱਗਾ ਹੋਇਆ। ਉਹਨਾਂ ਨੇ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਇਹ ਗੱਲ ਜਿਹੜੀ ਉਹ ਬੋਲੀ ਹੈ ਕਿ ਮੇਰਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਮਕਸਦ ਨਹੀਂ ਹੈ। ਹਰਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਕੀਰਤ ਸਿੰਘ ਆਹਲੂਵਾਲੀਆ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਨਿੱਘਾ ਸਵਾਗਤ ਕਰਦਾ ਹਾਂ। ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਰਵਿੰਦਰ ਸਿੰਘ ਜੀ, ਕੀ ਲੱਗਦਾ ਹੈ ਜਿਹੜੇ ਸਰਦਾਰ ਬਲਕੌਰ ਸਿੰਘ ਸਿੱਧੂ ਜੀ ਨੇ ਜੀ ਇਹ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਪਿਛਲੇ 2-3-4 ਦਿਨਾਂ ਤੋਂ ਲਗਭਗ ਉਹ ਜਲੰਧਰ ਦੇ ਵੱਖ-ਵੱਖ ਇਲਾਕਿਆਂ 'ਚ ਆਪਣੇ ਰੋਡ ਸ਼ੋਅ ਕਰ ਰਹੇ ਨੇ, ਇਹਦੇ ਵਿੱਚ ਮਤਲਬ ਕੀ ਲੱਗਦਾ ਤੁਹਾਨੂੰ, ਕਿਉਂ ਕਰ ਰਹੇ ਨੇ ਇੱਦਾਂ? ਸਭ ਤੋਂ ਪਹਿਲਾਂ ਤੇ ਮੈਂ ਆਪਣੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਦਾ ਸਵਾਗਤ ਵੀ ਕਰਦਾ ਹਾਂ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ। ਅਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਹੈਗੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਜਿਮਨੀ ਚੋਣਾਂ ਨੂੰ ਲੈ ਕੇ ਜਲੰਧਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਰੋਡ ਸ਼ੋਅ ਕਰ ਰਹੇ ਆ, ਲੋਕਾਂ ਨੂੰ ਮਿਲ ਰਹੇ ਆ ਔਰ ਲੋਕਾਂ ਨੂੰ ਇਹ ਦੱਸ ਰਹੇ ਨੇ ਕਿ ਮੇਰੇ ਪੁੱਤਰ ਨੂੰ ਇਨਸਾਫ ਨਹੀਂ ਮਿਲਿਆ, ਸਾਨੂੰ ਸਾਡੇ ਪੁੱਤਰ ਦੇ ਕਤਲ ਦਾ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਆਪ ਸਰਕਾਰ ਨੂੰ ਵੋਟਾਂ ਜਿਹੜੀਆਂ ਹੈਗੀਆਂ ਉਹ ਨਹੀਂ ਦੇਣੀਆਂ ਹੈਗੀਆਂ। ਔਰ ਇਹ ਉਹਨਾਂ ਨੇ ਕਾਫੀ ਮਤਲਬ ਜਲੰਧਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਲੋਕਾਂ ਨੂੰ ਦੱਸ ਦਿੱਤਾ ਸੀਗਾ ਕਿ ਅਸੀਂ ਜਲੰਧਰ ਦੇ ਵਿੱਚ ਆ ਰਹੇ ਹੈਗੇ ਔਰ ਲੋਕਾਂ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਗਾਰਾ ਵੀ ਮਿਲਿਆ ਔਰ ਲੋਕਾਂ ਦਾ ਪਿਆਰ ਵੀ ਮਿਲਿਆ। ਥਾਂ ਦੇ ਉੱਤੇ ਜਲੰਧਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਿੱਥੇ ਵੀ ਉਹ ਗਏ ਸੀ, ਚਾਹੇ ਉਹ ਫਲੋਰ ਗਏ ਆ, ਚਾਹੇ ਗੁਰਾਇਆ ਗਏ ਆ, ਚਾਹੇ ਆਦਮਪੁਰ ਵੀ ਗਏ ਨੇ, ਜਾਂ ਜਲੰਧਰ ਦੇ ਸ਼ਾਹਕੋਟ ਦੇ ਇਲਾਕੇ ਦੇ ਵਿੱਚ ਵੀ ਗਏ ਆ, ਜਲੰਧਰ ਸ਼ਹਿਰ ਦੇ ਵਿੱਚ ਵੀ ਆਏ ਆ, ਠੀਕ ਹੈ। ਔਰ ਜਿੱਥੇ ਵੀ ਉਹ ਗਏ ਆ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਔਰ ਲੋਕਾਂ ਨੇ ਉਹਨਾਂ ਨੂੰ ਸੁਣਿਆ ਔਰ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਉਸ ਚੀਜ਼ ਦੇ ਵਿੱਚ। ਔਰ ਇਹ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਦਿਲ ਦੇ ਵਿੱਚ ਇੱਕ ਰੜਕ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਕਿ ਉਹਨਾਂ ਦੇ ਪੁੱਤਰ ਦਾ ਜੋ ਕਤਲ ਹੋਇਆ ਆ, ਪ੍ਰਸ਼ਾਸਨ ਦੇ ਵੱਲੋਂ, ਸਰਕਾਰ ਵੱਲੋਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਉਚਿਤ ਕਾਰਵਾਈ ਨਹੀਂ ਕੀਤੀ ਗਈ ਅਤੇ ਕਾਤਲਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ। ਔਰ ਉਹਨਾਂ ਦੇ ਦਿਲ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਔਰ ਇਨਸਾਫ ਨਾ ਮਿਲਣ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਹੈਗਾ ਔਰ ਬੜੇ ਭਾਵੁਕ ਵੀ ਉਹ ਇਸ ਚੀਜ਼ ਨੂੰ ਹੈਗੇ ਆ। ਔਰ ਉਹਨਾਂ ਨੇ ਬੜਾ ਸਿੱਧੇ ਸਪਸ਼ਟ ਤੌਰ ਦੇ ਉੱਤੇ ਇਹ ਚੀਜ਼ ਬੋਲੀ ਹੈਗੀ ਆ ਕਿ ਵੀ ਮੈਂ ਜਦੋਂ ਤੱਕ ਮੇਰੇ ਪੁੱਤਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਨੀ ਦੇਰ ਤੱਕ ਮੈਂ ਜਿਹੜਾ ਮੌਜੂਦਾ ਸਰਕਾਰ ਹੈਗੀ ਹੈ ਉਹ ਚਾਹੇ ਜਿਹੜੀ ਮਰਜ਼ੀ ਹੁੰਦੀ, ਲੇਕਿਨ ਜੋ ਵੀ ਮੌਜੂਦਾ ਸਰਕਾਰ ਹੁਣ ਇਸ ਸਮੇਂ ਹੈਗੀ ਆ, ਆਮ ਆਦਮੀ ਪਾਰਟੀ ਇਸ ਸਮੇਂ ਸੱਤਾ ਦੇ ਵਿੱਚ ਹੈਗੀ ਹੈ ਪੰਜਾਬ ਦੇ ਵਿੱਚ ਔਰ ਵੱਡੇ ਬਹੁਮਤ ਦੇ ਉੱਤੇ ਜਿੱਤੀ ਸੀਗੀ, ਔਰ ਜਿਹੜੀ ਸਰਕਾਰ ਹੈਗੀ ਹੈ ਮੈਂ ਉਹਦੇ ਖਿਲਾਫ ਚੱਲਾਂਗਾ ਜਦੋਂ ਤੱਕ ਮੇਰੇ ਪੁੱਤਰ ਦੇ ਕਤਲ ਨੂੰ ਜਿਹੜਾ ਹੈਗਾ ਉਹ ਇਨਸਾਫ ਨਹੀਂ ਮਿਲ ਜਾਂਦਾ, ਕਾਤਲਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਸੱਟਿਆ ਜਾਂਦਾ ਔਰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਹਰਵਿੰਦਰ ਸਿੰਘ ਜੀ, ਇੱਕ ਮਿੰਟ ਤੁਹਾਡੀ ਗੱਲ ਮੈਂ ਕੱਟਣਾ ਚਾਹੂੰਗਾ ਇੱਥੇ। ਇਹਦੇ 'ਚ ਜਿਹੜੇ ਬਲਕੌਰ ਸਿੰਘ ਸਿੱਧੂ ਆਪਣੇ ਜਲੰਧਰ ਦੇ ਵਿੱਚ ਕੀ ਕਹਿੰਦੇ ਰੋਡ ਸ਼ੋਅ ਕਰ ਰਹੇ ਹੈਗੇ ਆ, ਇਹਦੇ ਵਿੱਚ ਇਕੱਲੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਜਾਂ ਆਪਣੇ ਬੇਟੇ ਦੇ ਕਤਲ ਨੂੰ ਲੈ ਕੇ ਇਨਸਾਫ ਦੇ ਲਈ ਉਹ ਕਰ ਰਹੇ ਆ, ਜਾਂ ਇਹਦੇ 'ਚ ਕੋਈ ਸਿਆਸੀ ਮੁੱਦਾ ਵੀ ਤੁਹਾਨੂੰ ਲੱਗਦਾ ਜਾਂ ਸਿਆਸੀ ਕੋਈ ਬੈਨੀਫਿਟ ਲੱਗਦਾ? ਦੇਖੋ, ਕੱਲ ਉਹਨਾਂ ਦੀ ਜਲੰਧਰ ਦੇ ਵਿੱਚ ਫੇਰੀ ਸੀਗੀ, ਕੱਲ ਉਹ ਰਾਮਾ ਮੰਡੀ ਵਾਲੀ ਸਾਈਡ ਦੇ ਉੱਤੇ ਆਏ ਔਰ ਰਾਮਾ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਰਸ਼ ਸੀਗਾ। ਉਸ ਸਮੇਂ ਉਹਨਾਂ ਦੇ ਆਉਣ ਤੋਂ ਪਹਿਲਾਂ ਉੱਥੋਂ ਪੁਲਿਸ ਨੇ ਲੋਕਾਂ ਨੂੰ ਉੱਥੋਂ ਖਦੇੜਨ ਦੀ ਵੀ ਕੋਸ਼ਿਸ਼ ਕੀਤੀ। ਇੱਦਾਂ ਦੀਆਂ ਖਬਰਾਂ ਵੀ ਮੀਡੀਆ ਦੇ ਵਿੱਚ ਆਈਆਂ ਕਿਉਂਕਿ ਸ਼ਾਇਦ ਉਸੇ ਸਮੇਂ ਉੱਥੇ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਵੀ ਨਿਕਲਣਾ ਸੀ, ਭਗਵੰਤ ਮਾਨ ਜੀ ਨੇ ਵੀ ਨਿਕਲਣਾ ਸੀਗਾ, ਸ਼ਾਇਦ ਕੋਈ ਯੂ ਟਰਨ ਲੈ ਰਹੇ ਸੀ ਜਾਂ ਸ਼ਾਇਦ ਉਹਨਾਂ ਨੇ ਕੈਂਟ ਵਾਲੇ ਇਲਾਕੇ ਦੇ ਵਿੱਚ ਕਿਤੇ ਜਾਣਾ ਸੀਗਾ। ਤੇ ਲੇਕਿਨ ਜਿਹੜਾ ਕੱਲ ਉਹਨਾਂ ਨੇ ਰਾਮਾ ਮੰਡੀ ਦੇ ਵਿੱਚ ਆ ਕੇ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਜਿਹੜੇ ਸੀਗੇ, ਜਿਹੜੀ ਉੱਥੇ ਲੋਕ ਇਕੱਠੇ ਸੀਗੇ, ਜਿਹਨੂੰ ਆਪਾਂ ਸੰਗਤ ਵੀ ਕਹਿ ਸਕਦੇ ਹਾਂ, ਜਿੰਨੇ ਵੀ ਉੱਥੇ ਦਰਸ਼ਕ ਜਾਂ ਸੰਗਤ ਜਾਂ ਲੋਕ ਪਰ ਭਾਰੀ ਮਾਤਰਾ ਤੇ ਲੋਕਾਂ ਦਾ ਇਕੱਠਾ ਹੋਇਆ ਸੀ ਉਹਨਾਂ ਨੂੰ ਦੇਖ ਕੇ, ਬਹੁਤ ਜ਼ਿਆਦਾ ਜਿਵੇਂ ਅਸੀਂ ਦੇਖ ਰਹੇ ਸੀਗੇ ਕਿ ਲੋਕ ਇੰਨਾ ਕੁ ਉਹਨਾਂ ਨੂੰ ਪਿਆਰ ਦੇ ਰਹੇ ਸੀ, ਬਹੁਤ ਜ਼ਿਆਦਾ ਇਕੱਠ ਸੀਗਾ ਉਹਦੇ
ਉਹਨਾਂ ਦੇ ਰੋਡ ਸ਼ੋਅ ਦੇ ਵਿੱਚ। ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਿਤੇ ਕਾਂਗਰਸ ਪਾਰਟੀ ਦਾ ਕੋਈ ਫਾਇਦਾ ਹੈ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ? ਕੀ ਤੁਹਾਡਾ ਖਿਆਲ ਕੀ ਕਹਿੰਦਾ ਇਸ ਬਾਰੇ? ਜੀ ਮੈਂ ਉੱਥੇ ਹੀ ਆ ਰਿਹਾ ਸੀਗਾ। ਮੈਂ ਉਹੀ ਤੁਹਾਨੂੰ ਕਹਿ ਰਿਹਾ ਸੀਗਾ ਕਿ ਕੱਲ ਜਦੋਂ ਉਹ ਰਾਮਾ ਮੰਡੀ ਚੌਂਕ ਦੇ ਵਿੱਚ ਪਹੁੰਚੇ ਹੈਗੇ ਆ ਔਰ ਉਸ ਸਮੇਂ ਬਹੁਤ ਜ਼ਿਆਦਾ ਉੱਥੇ ਰਸ਼ ਸੀਗਾ ਔਰ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀਗੀ, ਜਿੱਦਾਂ ਪੂਰਾ ਇਲਾਕਾ ਹੀ ਜਿਹੜਾ ਹੈਗਾ ਉਹਨਾਂ ਦੇ ਸਵਾਗਤ ਵਾਸਤੇ ਉੱਥੇ ਆ ਗਿਆ ਹੁੰਦਾ। ਪੂਰਾ ਰਾਮਾ ਮੰਡੀ ਜਾਮ ਹੋ ਚੁੱਕਿਆ, ਪੂਰਾ ਰਾਮਾ ਮੰਡੀ ਬਲਾਕ ਸੀਗਾ, 4-5 ਕਿਲੋਮੀਟਰ ਤੱਕ ਜਾਮ ਲੱਗਾ ਹੋਇਆ ਸੀ। ਔਰ ਇਸ ਤੋਂ ਇਲਾਵਾ ਜਿਹੜਾ ਫਲਾਈਓਵਰ ਵੀ ਸੀਗਾ, ਉਹ ਫਲਾਈਓਵਰ ਦੇ ਉੱਤੇ ਬਹੁਤ ਜ਼ਿਆਦਾ ਰਸ਼ ਸੀਗਾ। ਉਹਨਾਂ ਨੇ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਇਹ ਗੱਲ ਜਿਹੜੀ ਉਹ ਬੋਲੀ ਹੈ, ਮੀਡੀਆ ਨੂੰ ਵੀ ਬੋਲੀ ਹੈ ਔਰ ਲੋਕਾਂ ਨੂੰ ਵੀ ਬੋਲੀ ਹੈਗੀ ਹੈ ਕਿ ਮੇਰਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਮਕਸਦ ਨਹੀਂ ਹੈਗਾ। ਮੈਂ ਕਿਸੇ ਪਾਰਟੀ ਦੇ ਪ੍ਰਚਾਰ ਵਾਸਤੇ ਨਹੀਂ ਆਇਆ ਔਰ ਨਾ ਹੀ ਮੈਂ ਕਦੀ ਕਿਸੇ ਪਾਰਟੀ ਦੇ ਪ੍ਰਚਾਰ ਵਾਸਤੇ ਆਉਣਾ। ਉਹ ਕਹਿੰਦੇ, ਉਹਨਾਂ ਨੇ ਕਿਹਾ ਕਿ ਜੇ ਮੈਂ ਤੁਹਾਨੂੰ ਲੱਗੇ ਕਿ ਕਿਸੇ ਪਾਰਟੀ ਦੇ ਪ੍ਰਚਾਰ ਵਾਸਤੇ ਆਪਣੇ ਪੁੱਤਰ ਦੇ ਇਨਸਾਫ ਲਈ ਭੱਜਾ ਫਿਰਦਾ ਤੇ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਊਗਾ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਸਕੀਰਤ ਜੀ, ਜਦੋਂ ਕੋਈ ਇੱਕ ਦੁਖੀ ਪਿਤਾ ਜਿਹੜਾ ਆਪਣੇ ਪੁੱਤਰ ਦੇ ਇਨਸਾਫ ਵਾਸਤੇ ਇਦਾਂ ਦਰ-ਦਰ ਭਟਕ ਰਿਹਾ ਔਰ ਭੱਜ ਰਿਹਾ ਹੈ ਔਰ ਲੋਕਾਂ ਦਾ ਸਾਥ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਤੁਸੀਂ ਮੌਜੂਦਾ ਸਰਕਾਰ ਨੂੰ ਸਵਾਲ ਕਰੋ ਔਰ ਸਰਕਾਰ ਨੂੰ ਇਹ ਗੱਲਾਂ ਪੁੱਛੋ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ, ਉਹਨਾਂ ਨੂੰ ਸਖਤ ਸਜ਼ਾ ਕਿਉਂ ਨਹੀਂ ਮਿਲੀ ਹੈਗੀ। ਤੁਹਾਡੀ ਗੱਲ ਬਿਲਕੁਲ ਸਹੀ ਹੈ ਹਰਵਿੰਦਰ ਜੀ, ਪਰ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਜਦੋਂ ਬਲਕੌਰ ਸਿੰਘ ਸਿੱਧੂ ਜਲੰਧਰ ਇਸੇ ਟਾਈਮ 'ਚੋਂ ਆਏ ਜਲੰਧਰ, ਇਹ ਉਹੀ ਗੱਲ ਸਹੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਬਹੁਤ ਭਾਵੁਕ ਗੱਲ ਹੈ। ਉਹ ਭਾਵੁਕ ਸੀਗੇ ਜਦੋਂ ਆਪਾਂ ਕੱਲ੍ਹ ਉਹਨਾਂ ਦਾ ਦੇਖ ਰਹੇ ਸੀਗੇ ਰੋਡ ਸ਼ੋਅ, ਜਦੋਂ ਬੋਲ ਰਹੇ ਸੀਗੇ ਕਿ ਉਹਨਾਂ ਦਾ ਕੋਈ ਪਾਰਟੀ ਦੇ ਨਾਲ ਸੰਬੰਧ ਨਹੀਂ ਹੈਗਾ, ਬਹੁਤ ਭਾਵੁਕ ਸੀਗੇ। ਪਰ ਇਸੇ ਟਾਈਮ ਤੇ ਜਦੋਂ ਜਲੰਧਰ ਦੇ ਵਿੱਚ ਜਿਮਨੀ ਚੋਣਾਂ ਨੇ, ਉਹ ਕਿਉਂ ਆਏ? ਔਰ ਰਾਜਾ ਵੜਿੰਗ ਵੀ ਪਿਛਲੇ ਕਈ ਦਿਨਾਂ ਤੋਂ ਜਲੰਧਰ ਨੇ, ਜਿਹੜਾ ਕੱਲ ਵੀ ਜਲੰਧਰ ਦੇ ਵਿੱਚ ਉਹਨਾਂ ਦਾ ਰੋਡ ਸ਼ੋਅ ਹੋਇਆ ਸੀ। ਇਹ ਸਭ ਕੁਝ ਦੇਖ ਕੇ ਤੁਹਾਨੂੰ ਐ ਨਹੀਂ ਲੱਗਦਾ ਕਿ ਇਸ ਦੇ ਵਿੱਚ ਕਾਂਗਰਸ ਦਾ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਕੋਈ ਹੱਥ ਹੈ? ਨਹੀਂ, ਦੇਖੋ ਮੈਂ ਉਹੀ ਤੁਹਾਡੇ ਨਾਲ ਮੇਰੀ ਗੱਲ ਪੂਰੀ ਨਹੀਂ ਹੋਈ ਸੀ ਅਜੇ। ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਬੋਲੀ ਹੈਗੀ ਹੈ ਕਿ ਮੈਂ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਲਈ ਜਾਂ ਉਹਦੇ ਪ੍ਰਚਾਰ ਲਈ ਉੱਥੇ ਨਹੀਂ ਆਇਆ। ਜਦੋਂ ਵੀ ਮੈਨੂੰ ਮੌਕਾ ਮਿਲੇਗਾ ਔਰ ਜਦੋਂ ਵੀ ਵੋਟਾਂ ਹੋਣਗੀਆਂ, ਦੇਖੋ ਜਿਹੜੀਆਂ ਚੋਣਾਂ ਹੁੰਦੀਆਂ ਨਾ, ਉੱਦਾਂ ਅਸੀਂ ਸਰਕਾਰ ਦੇ ਕਿਸੇ ਵਿਰੋਧ ਦੇ ਵਿੱਚ ਗੱਲ ਛੇਤੀ ਨਹੀਂ ਕਰਦੇ ਹੁੰਦੇ। ਜਦੋਂ ਕਿਤੇ ਵੀ ਕਿਸੇ ਇਲਾਕੇ ਦੇ ਵਿੱਚ ਵੋਟਾਂ ਹੁੰਦੀਆਂ, ਉਹੋ ਹੀ ਇੱਕ ਮੌਕਾ ਹੁੰਦਾ ਹੈ ਲੋਕਾਂ ਲਈ ਆਪਣਾ ਵਿਰੋਧ ਨੂੰ ਜ਼ਾਹਰ ਕਰਨਾ ਔਰ ਲੋਕਾਂ ਦੀ ਹਮਦਰਦੀ ਲੈਣ ਦਾ। ਔਰ ਉਸੇ ਸਮੇਂ ਜਿਹੜਾ ਹੈਗਾ, ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ, ਜਿਹੜੀਆਂ ਪਾਰਟੀਆਂ ਉੱਥੇ ਵੋਟਾਂ ਦੇ ਵਿੱਚ ਪ੍ਰਚਾਰ ਕਰਦੀਆਂ ਨੇ ਚੋਣਾਂ ਦਾ, ਔਰ ਚੋਣਾਂ ਜਦੋਂ ਵੋਟਾਂ ਹੁੰਦੀਆਂ ਨੇ ਔਰ ਵੋਟਾਂ ਤੋਂ ਬਾਅਦ ਜਿਹੜਾ ਰਿਜ਼ਲਟ ਹੁੰਦਾ, ਉਦੋਂ ਪਤਾ ਲੱਗਦਾ ਹੁੰਦਾ ਕਿ ਉਸ ਜਿਹੜਾ ਲੋਕਾਂ ਦੀ ਹਮਦਰਦੀ ਲਈ ਗਈ ਹੈ ਜਾਂ ਪ੍ਰਸ਼ਾਸਨ ਦਾ ਜਿਸ ਬੰਦੇ ਦੁਆਰਾ ਵਿਰੋਧ ਕੀਤਾ ਗਿਆ ਸੀ ਜਾਂ ਜਿਸ ਨੇ ਵੀ ਕੀਤਾ ਸੀਗਾ, ਉਹਦਾ ਸੱਤਾਧਾਰੀ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਹੋਇਆ। ਮੈਂ ਇਹਦੀ ਉਦਾਹਰਨ ਦਿੰਦਾ ਤੁਹਾਨੂੰ ਕਿ ਜਿਮਨੀ ਚੋਣਾਂ ਇਸ ਤੋਂ ਪਹਿਲਾਂ ਪਿਛਲੇ ਸਾਲ ਸੰਗਰੂਰ ਦੇ ਵਿੱਚ ਵੀ ਹੋਈਆਂ ਸੀਗੀਆਂ ਔਰ ਸੰਗਰੂਰ ਦੀਆਂ ਵੋਟਾਂ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਔਰ ਉਹਦੇ ਵਿੱਚ ਵੀ ਸੱਤਾਧਾਰੀ ਪਾਰਟੀ ਆਪ ਹੀ ਸੀਗੀ ਔਰ ਆਪ ਦੀ ਹੀ ਉਹ ਜਿਮਨੀ ਚੋਣ ਦੀ ਐਮਪੀ ਦੀ ਸੀਟ ਖਾਲੀ ਹੋਈ ਸੀਗੀ। ਬਿਲਕੁਲ। ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਔਰ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਇਆ, ਉੱਥੇ ਬੀਜੇਪੀ ਨੂੰ ਕੋਈ ਫਾਇਦਾ ਨਹੀਂ ਹੋਇਆ, ਬੀਐਸਪੀ ਨੂੰ ਕੋਈ ਫਾਇਦਾ ਨਹੀਂ ਹੋਇਆ, ਹੋਰ ਪਾਰਟੀਆਂ ਨੂੰ ਵੀ ਉੱਥੇ ਕੋਈ ਫਾਇਦਾ ਨਹੀਂ ਹੋਇਆ। ਲੇਕਿਨ ਵਿੱਚੋਂ ਆ ਕੇ ਸਿਮਰਨਜੀਤ ਸਿੰਘ ਮਾਨ ਉਹ ਸੀਟ ਜਿਹੜੇ ਸੀਗੇ ਐਮਪੀ ਦੀ ਉਹ ਲੈ ਗਏ। ਇਹ ਬਹੁਤ ਵੱਡਾ ਧੱਕਾ ਸੀਗਾ ਆਮ ਆਦਮੀ ਪਾਰਟੀ ਲਈ ਵੀ ਤੇ ਕਾਂਗਰਸ ਵਾਸਤੇ ਵੀ। ਬਿਲਕੁਲ। ਦੂਜੀ ਚੀਜ਼ ਆਪਾਂ ਇਹ ਕਰਦੇ ਹਾਂ ਕਿ ਜੇ ਜਲੰਧਰ ਦੀਆਂ ਜਿਮਨੀ ਚੋਣਾਂ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਰਾਜਾ ਵੜਿੰਗ ਵੀ ਇੱਥੇ ਸੀਗੇ, ਦੇਖੋ ਇੱਥੇ ਜਲੰਧਰ ਦੇ ਵਿੱਚ ਜਿਮਨੀ ਚੋਣਾਂ ਦਾ ਮਾਹੌਲ ਹੈ ਔਰ ਮਾਹੌਲ ਬਹੁਤ ਜ਼ਿਆਦਾ ਗਰਮ ਹੋਇਆ ਪਿਆ ਹੈਗਾ ਔਰ ਇਸ ਗਰਮੀ ਦੇ ਮਾਹੌਲ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਰੈਲੀ ਕਰਨੀ, ਆਪ ਦੇ ਖਿਲਾਫ ਕੋਈ ਰੋਡ ਸ਼ੋਅ ਕਰਨਾ, ਉਸ ਗਰਮੀ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇੱਕ ਉਬਾਲਾ ਦੇ ਕੇ ਰੱਖ ਦਿੱਤਾ ਔਰ ਉਬਾਲਾ ਬਹੁਤ ਜ਼ਿਆਦਾ ਆਇਆ, ਥੋੜਾ ਜਿਹਾ ਨਹੀਂ ਆਇਆ। ਇਹਦਾ ਨਤੀਜਾ ਹੋ ਸਕਦਾ ਹੈਗਾ ਕਿ ਆਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪਵੇ ਜਾਂ ਨੁਕਸਾਨ ਵੀ ਹੋ ਸਕਦਾ ਹੈਗਾ। ਰਹੀ ਗੱਲ ਫਾਇਦੇ ਦੀ ਗੱਲ ਹੈਗੀ ਆ, ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈਗਾ ਕਿ ਮੈਂ ਕਿਸੇ ਪਾਰਟੀ ਦੀ ਸਪੋਰਟ ਵਿੱਚ ਨਹੀਂ ਆਇਆ। ਉਹਨਾਂ ਨੇ ਇਹ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈਗਾ ਕਿ ਉਹਨਾਂ ਦਾ ਕਿਸੇ ਵੀ ਪਾਰਟੀ ਲਈ ਕੋਈ ਸਮਰਥਨ ਨਹੀਂ ਹੈਗਾ, ਨਾ ਹੀ ਮੈਂ ਕਿਸੇ ਪਾਰਟੀ ਦੇ ਪ੍ਰਚਾਰ ਵਾਸਤੇ ਆਇਆ ਔਰ ਨਾ ਹੀ ਮੇਰੀ ਨਿੱਜੀ ਤੌਰ ਦੇ ਉੱਤੇ ਆਪ ਦੇ ਵਰਕਰਾਂ ਦੇ ਨਾਲ ਜਾਂ ਆਪ ਪਾਰਟੀ ਦੇ ਲੋਕਾਂ ਦੇ ਨਾਲ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਿੱਜੀ ਤੌਰ ਦੇ ਉੱਤੇ ਕੋਈ ਰੰਜਿਸ਼ ਹੈਗੀ ਆ। ਉਹਨਾਂ ਨੇ ਇਹੀ ਸਿਰਫ ਕਹਿਣਾ ਸੀਗਾ ਕਿ ਮੇਰੇ ਪੁੱਤਰ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ, ਮੈਂ ਉਦੋਂ ਤੱਕ ਉਹਦੇ ਇਨਸਾਫ ਦੀ ਆਵਾਜ਼ ਜਿਹੜੀ ਹੈਗੀ ਆ ਉਹ ਬੁਲੰਦ ਕਰਦਾ ਰਵਾਂਗਾ ਔਰ ਸਰਕਾਰ ਦੇ ਮੋਹਰੇ ਬਾਰ-ਬਾਰ ਆ ਕੇ ਮੈਂ ਖੜਦਾ ਰਵਾਂਗਾ।
ਬਿਲਕੁਲ ਬਿਲਕੁਲ ਹਰਵਿੰਦਰ ਸਿੰਘ ਜੀ। ਬਟ ਹਰਵਿੰਦਰ ਸਿੰਘ ਜੀ, ਜਿਵੇਂ ਆਪਾਂ ਦੇਖ ਰਹੇ ਹਾਂ ਜਲੰਧਰ ਦੇ ਜਿਹੜੇ ਜਿਮਨੀ ਚੋਣ ਨੇ, ਇਹ ਇਕੱਲੇ ਜਲੰਧਰ ਹੀ ਨਹੀਂ, ਪੂਰੇ ਪੰਜਾਬ ਦੇ ਵਿੱਚ ਇੱਕ ਸਿਆਸੀ ਮਾਹੌਲ ਜਿਹਾ ਬਣਿਆ ਹੋਇਆ ਹੈ। ਜੀ ਜੀ, ਠੀਕ ਹੈ ਜੀ, ਕਿਉਂਕਿ ਜੇ ਤੁਸੀਂ ਪੰਜਾਬ ਦੇ ਐਨਾਲਿਸਟ ਦੇਖੋ ਤਾਂ ਮੇਰੇ ਖਿਆਲ 20 ਲੱਖ ਤੋਂ ਪਲੱਸ ਵੋਟਰ ਹੈਗਾ ਆ ਜੀ ਜਲੰਧਰ ਜ਼ਿਲ੍ਹੇ ਦੇ ਵਿੱਚ। ਜੀ ਜੀ, ਤੇ ਪੰਜਾਬ ਦਾ ਤੀਜਾ ਵੱਡਾ ਸ਼ਹਿਰ ਹੈ ਜੀ, ਇਹ, ਲੁਧਿਆਣਾ ਤੇ ਅੰਮ੍ਰਿਤਸਰ ਤੋਂ ਬਾਅਦ ਜੀ। ਤੇ ਇਹ ਖਾਸ ਕਰਕੇ ਜਦੋਂ ਜਲੰਧਰ ਦੀ ਗੱਲ ਆਉਂਦੀ ਹੈ, ਇੱਕ ਵੱਡੇ ਸ਼ਹਿਰ ਦੀ ਗੱਲ ਆਉਂਦੀ ਹੈ, ਤੇ ਇੱਥੇ ਆਪਾਂ ਦੇਖ ਰਹੇ ਹਾਂ ਕਿ ਬਲਕੌਰ ਸਿੰਘ ਸਿੱਧੂ ਵੀ ਨੇ ਇੱਥੇ ਜਲੰਧਰ ਦੇ ਵਿੱਚ ਆਏ ਨੇ। ਠੀਕ ਹੈ, ਰਾਜਾ ਵੜਿੰਗ ਵੀ ਆਏ ਨੇ, ਗੁਜਰਾਤ ਦੇ ਸੀਐਮ ਵੀ ਜਲੰਧਰ ਆਏ ਬੀਜੇਪੀ ਨੂੰ ਸਪੋਰਟ ਕਰਨ ਲਈ। ਔਰ ਜਿੰਨੇ ਵੀ ਪਾਰਟੀ ਦੇ ਜਿਹੜੇ ਜਿਹਨੂੰ ਆਪਾਂ ਕਹਿ ਲਈਏ ਧਾਕੜ ਪੋਲੀਟੀਸ਼ੀਅਨਸ ਨੇ, ਉਹ ਸਾਰੇ ਜਲੰਧਰ ਦੇ ਵਿੱਚ ਆ ਰਹੇ ਆ। ਪਰ ਇਹ ਸਾਰੇ ਪੋਲੀਟੀਸ਼ੀਅਨਸ ਤੋਂ ਇਲਾਵਾ ਜਦ ਬਲਕੌਰ ਸਿੰਘ ਸਿੱਧੂ ਜੀ ਆਉਂਦੇ ਨੇ ਜਲੰਧਰ ਦੇ ਵਿੱਚ, ਔਰ ਆਪਾਂ ਦੇਖਦੇ ਆ ਕਿ ਇੱਕ ਗੁਜਰਾਤ ਦੇ ਸੀਐਮ ਨੂੰ ਦੇਖਣ ਲੋਕੀ ਨਹੀਂ ਜਾਂਦੇ, ਪਰ ਬਲਕੌਰ ਸਿੰਘ ਸਿੱਧੂ ਨੂੰ ਦੇਖਣ ਲਈ ਅੱਧਾ ਜਲੰਧਰ ਜਾਮ ਹੋ ਜਾਂਦਾ ਆ, ਰੋਡਾਂ ਬਲੌਕਸ ਹੋ ਜਾਂਦੀਆਂ, ਕਾਰਾਂ ਸਾਰੀਆਂ, ਟ੍ਰੈਫਿਕ ਜੈਮ, ਪੂਰਾ ਜਲੰਧਰ ਪੈਕ ਹੋ ਜਾਂਦਾ ਲੋਕੀ। ਬਲਕਿ ਮੈਨੂੰ ਤਾਂ ਇਹ ਲੱਗਦਾ ਜਲੰਧਰੋਂ ਵੀ ਬਾਹਰੋਂ ਉਹਨਾਂ ਨੂੰ ਦੇਖਣ ਆਏ ਨੇ ਜੀ। ਠੀਕ ਹੈ, ਤਾਂ ਇਹਦੇ 'ਚ ਕਿਵੇਂ ਨਹੀਂ ਲੱਗ ਰਿਹਾ ਕਿ ਉਹਨਾਂ ਦੇ ਕਹਿਣ ਦਾ ਜ਼ਰੂਰ ਇਹ ਭਾਵ ਸੀਗਾ ਕਿ ਮੈਂ ਕੋਈ ਇੱਥੇ ਇਲੈਕਸ਼ਨ ਦੇ ਮਕਸਦ ਨਾਲ ਨਹੀਂ ਆਇਆ ਹੈਗਾ, ਪਰ ਜਦੋਂ ਸਾਰੇ ਇਲੈਕਸ਼ਨ ਦੇ ਪੋਲੀਟੀਸ਼ੀਅਨ ਜਿੰਨੇ ਵੀ ਪੰਜਾਬ ਦੇ ਹੈਗੇ ਪਾਰਟੀਆਂ ਦੇ ਨੇ, ਸਾਰੇ ਜਲੰਧਰ ਤੇ ਬੈਠੇ, ਤਾਂ ਇਸੇ ਵੇਲੇ ਬਲਕੌਰ ਸਿੰਘ ਸਿੱਧੂ ਕਿਉਂ ਆਏ ਨੇ ਜਲੰਧਰ? ਦੇਖੋ, ਮੈਂ ਤੁਹਾਨੂੰ ਉਹੀ ਗੱਲ ਜਸਕੀਰਤ ਜੀ ਕਰ ਰਿਹਾ ਹੈਗਾ ਕਿ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਮੈਂ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਆਇਆ ਜੀ। ਇਸ ਤੋਂ ਪਹਿਲਾਂ ਉਹ ਜਲੰਧਰ ਦੇ ਵਿੱਚ ਨਹੀਂ ਆਏ, ਕਦੇ ਵੀ ਨਹੀਂ ਆਏ, ਬਿਲਕੁਲ ਨਹੀਂ। ਠੀਕ ਹੈ, ਸ਼ਾਇਦ ਇੱਕ ਅੱਧੀ ਵਾਰੀ ਕਿਸੇ ਕੋਈ ਮੌਕੇ ਦੇ ਉੱਤੇ ਆਏ ਹੋਊਗਾ। ਮੈਂ ਤੁਹਾਨੂੰ ਇਹੀ ਗੱਲ ਕਰ ਰਿਹਾ ਹੈਗਾ ਕਿ ਜਦੋਂ ਵੀ ਵੋਟਾਂ ਨੇੜੇ ਹੁੰਦੀਆਂ ਨੇ ਜਾਂ ਵੋਟਾਂ ਦਾ ਮਾਹੌਲ ਹੁੰਦਾ, ਚਾਹੇ ਉਹ ਐਮਸੀ ਦੀਆਂ ਵੋਟਾਂ ਹੋਣ, ਚਾਹੇ ਐਮਐਲਏ ਦੀਆਂ ਹੋਣ, ਚਾਹੇ ਐਮਪੀ ਦੀਆਂ ਹੋਣ, ਕਿਸੇ ਵੀ ਧੜੇ ਦੀਆਂ ਵੋਟਾਂ ਹੋਣ ਜਾਂ ਕਿਸੇ ਵੀ ਤਰੀਕੇ ਦੀਆਂ ਵੋਟਾਂ ਹੁੰਦੀਆਂ ਹੋਣ, ਉਹਦੇ ਵਿੱਚ ਲੋਕ ਆਪਣਾ ਜਿਹੜਾ ਹੈਗਾ ਉਹ ਦਰਦ ਜਿਹੜਾ ਹੈਗਾ ਜਾਂ ਆਪਣਾ ਜਿਹੜਾ ਦੁੱਖ ਹੈ ਜਾਂ ਆਪਣਾ ਜਿਹੜਾ ਰੋਸ ਹੈ ਉਹ ਸਰਕਾਰ ਦੇ ਵਿੱਚ ਜ਼ਰੂਰ ਲੈ ਕੇ ਜਾਂਦੇ ਆ। ਔਰ ਸਿੱਧੂ ਮੂਸੇਵਾਲੇ ਦੇ ਪਿਤਾ ਵਾਸਤੇ ਵੀ ਇਹੀ ਇੱਕ ਮੌਕਾ ਸੀਗਾ ਕਿ ਵੋਟਾਂ ਦੇ ਸਮੇਂ ਲੋਕਾਂ ਦਾ ਸਾਰਾ ਧਿਆਨ ਸਿਆਸੀ ਲੋਕਾਂ ਵੱਲ ਲੱਗਾ ਹੋਇਆ, ਸਿਆਸੀ ਪਾਰਟੀਆਂ ਵੱਲ ਲੱਗਾ ਹੋਇਆ, ਕਿਹੜੀ ਪਾਰਟੀ ਕੀ ਕਰ ਰਹੀ ਹੈ, ਕਿਹੜੀ ਪਾਰਟੀ ਦੇ ਕੀ ਮੁੱਦੇ ਨੇ, ਕਿਹੜੀ ਪਾਰਟੀ ਕਿਸ ਮੁੱਦੇ ਉੱਤੇ ਚੋਣ ਲੜ ਰਹੀ ਹੈ ਜਾਂ ਵੋਟਰਾਂ ਨੂੰ ਲੁਭਾ ਰਹੀ ਹੈ, ਉਹਦੇ ਬਾਰੇ ਗੱਲਬਾਤ ਕਰ ਰਹੀ ਹੈ। ਔਰ ਇਸੇ ਮੌਕੇ ਦੇ ਉੱਤੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਆਉਣਾ ਵੀ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਉਹ ਜਲੰਧਰ ਦੇ ਲੋਕਾਂ ਨੂੰ ਦੱਸ ਸਕਣ ਕਿ ਸੱਤਾਧਾਰੀ ਪਾਰਟੀ ਜਿਹੜੀ ਹੈਗੀ ਆ ਉਹਨੇ ਉਹਨਾਂ ਦੇ ਨਾਲ ਇਨਸਾਫ ਨਹੀਂ ਕੀਤਾ ਹੈਗਾ, ਔਰ ਤੁਸੀਂ ਜਦੋਂ ਵੋਟ ਪਾਉਣੀ ਆ ਔਰ ਬੜਾ ਸੋਚ ਸਮਝ ਕੇ ਪਾਉਣੀ ਹੈਗੀ ਹੈ। ਔਰ ਯਕੀਨਨ ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦਾ ਹੈਗਾ ਕਿ ਕੱਲੇ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗੱਲ ਨਹੀਂ ਹੈਗੀ। ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਲਤੀਫਪੁਰਾ ਦੇ ਵਿੱਚ ਵੀ ਕਾਫੀ ਪਰਿਵਾਰਾਂ ਦੇ ਘਰ ਉਜਾੜੇ ਗਏ ਸੀਗੇ, ਔਰ ਉਹ ਲੋਕ ਵੀ ਇਸੇ ਹੀ ਦਰਦ ਦੇ ਵਿੱਚ ਬੈਠੇ ਨੇ। ਔਰ ਕਿਤੇ ਨਾ ਕਿਤੇ ਮੈਨੂੰ ਜ਼ਰੂਰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਣ ਦੀ ਸੰਭਾਵਨਾ ਜ਼ਰੂਰ ਹੈਗੀ ਹੈ। ਬਾਕੀ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੈਗਾ, ਉਹਨਾਂ ਦੇ ਆਪਣੇ ਮੁੱਦੇ ਨੇ, ਉਹ ਆਪਣੇ ਸਿਸਟਮ ਨੂੰ ਪ੍ਰੋਪਰ ਚਲਾ ਰਹੇ ਨੇ ਔਰ ਉਹ ਦੱਸ ਵੀ ਰਹੇ ਨੇ ਲੋਕਾਂ ਨੂੰ, ਔਰ ਵਧੀਆ ਤਰੀਕੇ ਨਾਲ ਪ੍ਰਚਾਰ ਵੀ ਕਰ ਰਹੇ ਆ। ਬਾਕੀ ਪਾਰਟੀਆਂ ਵੀ ਬਹੁਤ ਵਧੀਆ ਢੰਗ ਦੇ ਨਾਲ, ਵਧੀਆ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੀਆਂ ਹੈਗੀਆਂ ਨੇ। ਬਾਕੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਵੋਟਰਾਂ ਦਾ ਰੁਝਾਨ ਜਿਹੜਾ ਹੈਗਾ ਉਹ ਕਿਸ ਸਾਈਡ ਤੇ ਹੈਗਾ। ਜਦੋਂ ਨਤੀਜੇ ਆਉਣਗੇ ਉਦੋਂ ਹੀ ਪੱਕੇ ਤੌਰ ਦੇ ਉੱਤੇ ਪਤਾ ਲੱਗ ਸਕਦਾ ਕਿਹੜੀ ਪਾਰਟੀ ਨੂੰ ਕਿੰਨਾ ਫਾਇਦਾ ਹੋਇਆ ਤੇ ਕਿਹੜੀ ਪਾਰਟੀ ਨੂੰ ਕਿੰਨਾ ਨੁਕਸਾਨ ਹੋਇਆ। ਬਿਲਕੁਲ, ਤੁਹਾਡੀ ਗੱਲ ਨਾਲ ਬਿਲਕੁਲ ਮੈਂ ਐਗਰੀ ਕਰਦਾ ਹੈਗਾ ਹਰਵਿੰਦਰ ਸਿੰਘ ਜੀ। ਬਟ ਕਿਸੇ ਨਾ ਕਿਸੇ ਤੁਹਾਨੂੰ ਇਹ ਨਹੀਂ ਲੱਗਦਾ ਸੀ ਕਿ ਬਲਕੌਰ ਸਿੰਘ ਸਿੱਧੂ ਜੇ ਆਪਣੇ ਘਰ ਦੇ ਵਿੱਚ ਮੂਸਾ ਪਿੰਡ ਦੇ ਵਿੱਚ ਜਾਂ ਫਿਰ ਕਿਤੇ ਹੋਰ ਜਾ ਕੇ ਲਾਈਵ ਵੀ ਹੋ ਜਾਂਦੇ ਤਾਂ ਵੀ ਇਹ ਚੀਜ਼ ਹੋ ਸਕਦੀ ਸੀ, ਪ੍ਰਦਰਸ਼ਨ ਹੋ ਸਕਦਾ ਸੀ। ਉਸੇ ਟਾਈਮ ਤੇ ਉਹਨਾਂ ਦਾ ਆਉਣਾ ਕਿਉਂ ਬਣਿਆ ਜਦੋਂ ਭਗਵੰਤ ਮਾਨ ਜਲੰਧਰ 'ਚ ਨੇ, ਅਰਵਿੰਦ ਕੇਜਰੀਵਾਲ ਜਲੰਧਰ ਤੇ ਨੇ, ਠੀਕ ਹੈ, ਰਾਜਾ ਵੜਿੰਗ ਜਲੰਧਰ ਤੇ ਨੇ। ਇਸੇ ਟਾਈਮ ਤੇ ਜਦੋਂ ਸਾਰੇ ਪੋਲੀਟੀਸ਼ੀਅਨ ਜਲੰਧਰ ਦੇ ਵਿੱਚ ਸ਼ੋਅ ਰੈਲੀ ਕਰ ਰਹੇ ਹੈਗੇ, ਰੋਡ ਸ਼ੋਅ ਕਰ ਰਹੇ ਨੇ, ਉਸੇ ਟਾਈਮ ਦੇ ਵਿੱਚ ਰਾਜਾ ਵੜਿੰਗ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਸਿੱਧੂ ਕਿਉਂ ਆਏ, ਕਿਉਂ ਰੋਡ ਸ਼ੋਅ ਕਰ ਰਹੇ ਆ? ਜਾਂ ਤਾਂ ਲੋਕ ਇਹਨਾਂ ਨਾਲ ਕਨੈਕਟਡ ਨੇ ਜਿਨ੍ਹਾਂ ਨਾਲ ਪਹਿਲੇ ਵੀ ਅੱਗੇ ਜਿਵੇਂ ਤੁਸੀਂ ਕਿਹਾ ਲਤੀਫਪੁਰੇ ਦੇ ਵਿੱਚ ਲੋਕਾਂ ਦੇ ਨਾਲ ਇਹ ਹਾਦਸਾ ਹੋਇਆ ਸੀਗਾ, ਜਾਂ ਲੋਕ ਉਹਨਾਂ ਨਾਲ ਕਨੈਕਟ ਕਰ ਰਹੇ ਨੇ। ਔਰ ਇਸ ਗੱਲ 'ਚ ਕੋਈ ਦੁਹਰਾਏ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਇਸ ਵਾਰੀ ਬਹੁਤ ਜ਼ਿਆਦਾ ਧੱਕਾ ਲੱਗ ਸਕਦਾ ਹੈ, ਕਿਉਂਕਿ ਕਾਂਗਰਸ ਦੀ ਵੀ ਸੀਟ ਉਮੀਦਵਾਰੀ ਬਹੁਤ ਜ਼ਿਆਦਾ, ਮਤਲਬ ਇੱਕ ਕਾਂਟੇ ਦੀ ਟੱਕਰ ਜਿਹਨੂੰ ਆਪਾਂ ਕਹਿੰਦੇ ਆ ਉਹ ਹੋਏਗੀ। ਜੀ ਜੀ ਜੀ, ਤੁਹਾਡਾ ਕੀ ਵਿਚਾਰ ਹੈ? ਮੈਂ ਇਹੀ ਤੁਹਾਨੂੰ ਕਹਿ ਰਿਹਾ ਸੀਗਾ ਕਿ
ਜਿਹੜੀ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਔਰ ਤੁਸੀਂ ਕਾਂਗਰਸ ਦੀ ਜਿਹੜੀ ਉਹ ਕਨੈਕਟੀਵਿਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਬੋਲ ਦਿੱਤਾ ਹੈਗਾ ਕਿ ਮੈਂ ਕਿਸੇ ਪਾਰਟੀ ਦੇ ਸਮਰਥਨ ਲਈ ਜਾਂ ਕਿਸੇ ਪਾਰਟੀ ਦੀ ਸਪੋਰਟ ਵਾਸਤੇ ਨਹੀਂ ਆਇਆ। ਔਰ ਉਹਨਾਂ ਦੇ ਨਾਲ ਕੋਈ ਵੀ ਸਿਆਸੀ ਬੰਦਾ ਉਸ ਸਮੇਂ ਮੌਜੂਦ ਨਹੀਂ ਸੀਗਾ, ਈਵਨ ਕਿ ਰਾਜਾ ਵੜਿੰਗ ਵੀ ਮੌਜੂਦ ਨਹੀਂ ਸਨ ਇਸ ਰੋਡ ਸ਼ੋਅ ਦੇ ਵਿੱਚ ਜਿਹੜੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕੀਤੀ ਹੈਗੀ ਹੈ। ਔਰ ਸ਼ਾਇਦ ਉਹ ਵਾਪਸ ਵੀ ਚਲੇ ਗਏ ਨੇ। ਤੇ ਮੈਂ ਬਾਰ-ਬਾਰ ਉਹੀ ਤੁਹਾਨੂੰ ਕਹਿ ਰਿਹਾ ਹੈਗਾ ਕਿ ਚੋਣਾਂ ਦੇ ਵਿੱਚ ਹੀ ਜਿਹੜਾ ਇੱਕ ਮੌਕਾ ਹੁੰਦਾ ਆ, ਵੋਟਾਂ ਦੇ ਸਮੇਂ ਹੀ ਇੱਕ ਮੌਕਾ ਹੁੰਦਾ ਕਿਸੇ ਬੰਦੇ ਵੱਲੋਂ ਆਪਣੇ ਪਾਰਟੀ ਦੇ ਪ੍ਰਤੀ, ਕਿਸੇ ਪਾਰਟੀ ਦੇ ਪ੍ਰਤੀ ਵਿਰੋਧ ਪ੍ਰਦਰਸ਼ਨ ਕਰਨ ਦਾ ਇੱਕ ਤਰੀਕਾ ਜਿਹੜਾ ਹੁੰਦਾ, ਉਹ ਸਭ ਤੋਂ ਕਾਰਗਰ ਤਰੀਕਾ ਵੋਟਾਂ ਹੁੰਦੀਆਂ। ਤੁਸੀਂ ਕਹਿ ਰਹੇ ਹੋ ਕਿ ਮੋਬਾਈਲ ਤੇ ਲਾਈਵ ਹੋਣਾ, ਦੇਖੋ ਮੋਬਾਈਲ ਤੇ ਲਾਈਵ ਹੋਣਾ ਤੇ ਸਿੱਧਾ ਕਿਸੇ ਬੰਦੇ ਨਾਲ ਮਿਲ ਕੇ ਗੱਲ ਕਰਨਾ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਬਿਲਕੁਲ ਠੀਕ ਹੈ, ਸਾਨੂੰ ਉਨੀ ਖੁਸ਼ੀ ਜਾਂ ਸਾਨੂੰ ਉਹਨਾਂ ਚਾਅ ਬੰਦੇ ਨੂੰ ਫੋਨ ਦੇ ਉੱਤੇ ਦੇਖ ਕੇ ਨਹੀਂ ਹੁੰਦਾ ਜਿੰਨਾ ਅਸੀਂ ਉਹਨੂੰ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਫਿਜ਼ੀਕਲੀ ਤੌਰ ਦੇ ਉੱਤੇ ਦੇਖ ਕੇ ਖੁਸ਼ ਨਹੀਂ ਹੁੰਦੇ। ਔਰ ਉਹਨਾਂ ਦਾ ਇਹੀ ਮਕਸਦ ਸੀਗਾ ਕਿ ਮੈਂ ਲਾਈਵ ਨਾ ਹੋ ਕੇ ਜੇ ਮੈਂ ਆਪ ਲੋਕਾਂ ਦੇ ਵਿੱਚ ਜਾਵਾਂ ਔਰ ਲੋਕਾਂ ਨੂੰ ਦੱਸਾਂ ਕਿ ਸਾਨੂੰ ਇਨਸਾਫ ਨਹੀਂ ਮਿਲਿਆ, ਜਾਂ ਮੈਂ ਲੋਕਾਂ ਨਾਲ ਸਿੱਧੇ ਤੌਰ ਦੇ ਉੱਤੇ ਗੱਲ ਕਰਾਂ, ਤਾਂ ਉਹ ਜ਼ਿਆਦਾ ਉਹਨਾਂ ਨੂੰ ਉਹ ਫਾਇਦੇਮੰਦ ਲੱਗਾ। ਔਰ ਪਤਾ ਨਹੀਂ ਹੈ ਕਿ ਮੈਨੂੰ, ਪਰ ਲੱਗਦਾ ਜ਼ਰੂਰ ਹੈਗਾ ਕਿ ਜਿਵੇਂ ਕੱਲ ਲੋਕਾਂ ਦਾ ਉਹਨਾਂ ਨੂੰ ਸਹਿਯੋਗ ਮਿਲ ਰਿਹਾ ਸੀ, ਉਹਦੇ ਵਿੱਚ ਬੱਚੇ ਬੁੱਢੇ ਸਾਰੇ ਸੀਗੇ, ਬਜ਼ੁਰਗ ਵੀ ਸੀਗੇ ਔਰ ਲੜਕੀਆਂ ਵੀ ਸੀਗੀਆਂ, ਔਰਤਾਂ ਵੀ ਸੀਗੀਆਂ, ਉਹਦੇ ਵਿੱਚ ਹਰ ਤਰ੍ਹਾਂ ਦੇ ਵਰਗ ਦਾ ਲੋਕ ਉਹਦੇ ਵਿੱਚ ਬੈਠਾ ਸੀਗਾ, ਉਸ ਸਮੇਂ ਮੌਜੂਦ ਸੀਗਾ ਉੱਥੇ, ਜਿਹੜਾ ਜਲੰਧਰ ਦੇ ਵਿੱਚ ਉਹਨਾਂ ਨੇ ਕੀਤਾ ਹੈਗਾ। ਔਰ ਬਾਕੀ ਇਲਾਕਿਆਂ ਦੇ ਵਿੱਚ ਵੀ ਅਸੀਂ ਦੇਖਿਆ ਹੈਗਾ, ਜਿੱਥੇ ਵੀ ਉਹ ਜਲੰਧਰ ਜ਼ਿਲ੍ਹੇ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਗਏ ਆ ਔਰ ਲੋਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਹੈਗਾ। ਔਰ ਇਸ ਜੋ ਇਹ ਮਾਹੌਲ, ਸਿਆਸੀ ਮਾਹੌਲ ਭਖਿਆ ਹੋਇਆ, ਔਰ ਸਰਦਾਰ ਬਲਕੌਰ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ, ਔਰ ਉਹਨਾਂ ਨੇ ਇਸ ਸਿਆਸੀ ਮਾਹੌਲ ਦੇ ਵਿੱਚ ਜਿਹੜੀ ਗਰਮੀ ਆਈ ਸੀ ਉਹਨੂੰ ਇੱਕ ਨਵਾਂ ਉਬਾਲਾ ਦੇ ਕੇ ਰੱਖ ਦਿੱਤਾ। ਔਰ ਯਕੀਨਨ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਸਿਆਸੀ ਗਲਿਆਰਾ ਜਿਹੜਾ ਹੈਗਾ, ਉਹਦੇ ਵਿੱਚ ਹਲਚਲ ਜ਼ਰੂਰ ਪੈਦਾ ਹੋਈ ਹੋਏਗੀ ਉਹਨਾਂ ਦੇ ਆਉਣ ਦੇ ਨਾਲ। ਬਿਲਕੁਲ ਹਰਵਿੰਦਰ ਸਿੰਘ ਜੀ, ਆ ਤਾਂ ਹੁਣ 10 ਤਰੀਕ ਨੂੰ ਵਕਤ ਹੀ ਦੱਸੂਗਾ ਕਿ ਕਿਹੜੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੋਇਆ, ਕਿੰਨਾ ਕੁ ਘਾਟਾ ਹੋਇਆ। ਜੀ। ਜਿਵੇਂ ਕਿ ਹਰਵਿੰਦਰ ਸਿੰਘ ਜੀ ਤੁਸੀਂ ਜਾਣਦੇ ਹੋ, ਸਿੱਧੂ ਮੂਸੇਵਾਲਾ ਨੇ ਜਦੋਂ ਮਾਨਸਾ ਜ਼ਿਲ੍ਹੇ ਤੋਂ ਇਲੈਕਸ਼ਨ ਲੜੇ ਸੀਗੇ ਐਂਡ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਹੋ ਸਕੀ। ਜੀ ਠੀਕ ਹੈ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੇ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਪਿਤਾ ਜੀ ਨੇ ਉਹ ਕਾਂਗਰਸ ਦੀ ਸਪੋਰਟ ਕਰ ਰਹੇ ਨੇ, ਜਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੇ ਆਉਣ ਨਾਲ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਣਾ ਹੈ ਔਰ ਬਾਕੀ ਪਾਰਟੀਆਂ ਨੂੰ ਕਿੰਨਾ ਕੁ ਉਹਦਾ ਨੁਕਸਾਨ ਹੋਊਗਾ ਇਸ ਜਿਮਨੀ ਚੋਣਾਂ ਦੇ ਵਿੱਚ? ਜਸਕੀਰਤ ਜੀ, ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈਗਾ। ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਹੈਗਾ, ਪਹਿਲੀ ਗੱਲ ਤੇ ਮੈਂ ਸਾਫ਼ ਸ਼ਬਦਾਂ ਦੇ ਵਿੱਚ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਪ੍ਰਚਾਰ ਵਾਸਤੇ ਜਾਂ ਕਿਸੇ ਸਿਆਸੀ ਪਾਰਟੀ ਦੇ ਸਪੋਰਟ ਵਾਸਤੇ ਨਹੀਂ ਆਏ ਸੀਗੇ। ਦੂਜੀ ਗੱਲ ਹੈਗੀ ਹੈ, ਜਦੋਂ ਸਿੱਧੂ ਮੂਸੇਵਾਲਾ ਜੀ ਉੱਥੇ ਸੰਗਰੂਰ ਦੀਆਂ ਵੋਟਾਂ ਦੇ ਵਿੱਚ, ਮਾਨਸੇ ਦੀਆਂ ਵੋਟਾਂ ਦੇ ਵਿੱਚ ਜਦੋਂ ਖੜੇ ਹੋਏ ਸੀਗੇ ਤੇ ਉਸ ਸਮੇਂ ਉਹ ਹਾਰ ਗਏ ਸੀ ਉੱਥੇ। ਔਰ ਆਮ ਆਦਮੀ ਪਾਰਟੀ ਦੇ ਹੀ ਉੱਥੇ ਡਾਕਟਰ ਸਿੰਗਲਾ ਜਿਹੜੇ ਸੀਗੇ ਉਹ ਸੀਟ ਜਿੱਤੇ ਸੀਗੇ ਉੱਥੇ। ਤੇ ਉਸ ਤੋਂ ਬਾਅਦ ਵਿੱਚ ਡਾਕਟਰ ਸਿੰਗਲਾ ਵੀ ਕਿਸੇ ਰਿਸ਼ਵਤ ਦੇ ਦੋਸ਼ਾਂ ਦੇ ਅਧੀਨ ਜਿਹੜੇ ਸੀਗੇ ਉੱਥੋਂ ਉਹ ਉਹਨਾਂ ਨੂੰ ਜਿਹੜਾ ਸੀਗਾ ਬਰਖਾਸਤ ਕਰ ਦਿੱਤਾ ਗਿਆ। ਬਾਕੀ ਜੇ ਆਪਾਂ ਜਲੰਧਰ ਦੀਆਂ ਜਿਮਨੀ ਚੋਣਾਂ ਦੀ ਗੱਲ ਕਰਦੇ ਹੈਗੇ ਆ, ਇਹਦੇ ਵਿੱਚ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਆਉਣਾ ਔਰ ਰੋਡ ਸ਼ੋਅ ਕਰਨਾ ਔਰ ਲੋਕਾਂ ਦੀ ਹਮਦਰਦੀ ਲੈਣੀ ਜਿਹੜੀ ਸੀਗੀ, ਯਕੀਨ ਮੰਨੋ ਕਿ ਇਸ ਗੱਲ ਦਾ ਕੁਝ ਸਿਆਸੀ ਪਾਰਟੀਆਂ ਨੂੰ ਫਾਇਦਾ ਹੋਏਗਾ। ਠੀਕ ਹੈ, ਔਰ ਕੁਝ ਜਿਹੜਾ ਹੈਗਾ ਆ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ, ਕਿਉਂਕਿ ਉਹਨਾਂ ਦਾ ਜਿਹੜਾ ਸਵਾਲ ਸੀਗਾ, ਜਿਹੜਾ ਰੋਸ ਸੀਗਾ, ਉਹ ਸੱਤਾਧਾਰੀ ਪਾਰਟੀ ਦੇ ਹੀ ਨਾਲ ਸੀਗਾ ਔਰ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਇਸ ਚੀਜ਼ ਦਾ। ਜਿਹੜਾ ਆਪਾਂ ਜਿਹੜਾ ਪਿਛਲੇ ਸਾਲ ਜਿਹੜੀਆਂ ਸੰਗਰੂਰ ਦੀਆਂ ਜਿਮਨੀ ਚੋਣਾਂ ਹੋਈਆਂ ਸੀ, ਉਹਦੇ ਵਿੱਚ ਆਪਾਂ ਨੂੰ ਇਸੇ ਤਰ੍ਹਾਂ ਦਾ ਸੇਮ ਮਾਹੌਲ ਦੇਖਣ ਨੂੰ ਮਿਲਿਆ ਸੀਗਾ। ਸਾਰੀਆਂ ਸਿਆਸੀ ਪਾਰਟੀਆਂ ਨੇ ਉੱਥੇ ਆਪਣਾ ਜ਼ੋਰ ਲਾਇਆ ਹੋਇਆ ਸੀਗਾ ਔਰ ਸਿੱਧੂ ਮੂਸੇਵਾਲਾ ਵੀ ਉਸੇ ਹੀ ਸਮੇਂ ਉੱਥੇ ਇਨਸਾਫ ਵਾਸਤੇ ਆਪਣੇ ਜਿਹੜੇ ਹੈਗੇ ਆ ਪੁੱਤਰ ਜਿਹੜੇ ਸਿੱਧੂ ਮੂਸੇਵਾਲਾ ਜਿਹੜੇ ਹੈਗੇ ਆ ਉਹਨਾਂ ਦੇ ਇਨਸਾਫ ਵਾਸਤੇ ਉੱਥੇ ਜਿਹੜਾ ਸੀਗਾ ਉਹ ਰੈਲੀਆਂ ਕਰ ਰਹੇ ਸੀ, ਲੋਕਾਂ ਨੂੰ ਦੱਸ ਰਹੇ ਸੀ ਔਰ ਸੰਬੋਧਨ ਕਰ ਰਹੇ ਸੀਗੇ। ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਨੂੰ ਉੱਥੇ ਕੋਈ ਫਾਇਦਾ ਨਹੀਂ ਹੋਇਆ ਔਰ ਨੁਕਸਾਨ ਆਪ ਨੂੰ ਹੋ ਗਿਆ ਔਰ ਜਿੱਤ ਗਿਆ ਉੱਥੋਂ ਸਿਮਰਨਜੀਤ ਸਿੰਘ ਮਾਨ। ਬਿਲਕੁਲ। ਜੇ ਆਪਾਂ ਜਲੰਧਰ ਚੋਣਾਂ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਵੀ ਸੇਮ ਹੀ ਜਿਮਨੀ ਚੋਣਾਂ ਹੋ ਰਹੀਆਂ ਨੇ
ਔਰ ਇੱਥੇ ਯਕੀਨਨ ਜੇ ਆਪ ਨੂੰ ਨੁਕਸਾਨ ਹੁੰਦਾ ਹੈ ਤਾਂ ਬਾਕੀ ਜਿਹੜੀਆਂ 3 ਪਾਰਟੀਆਂ ਹੈਗੀਆਂ ਨੇ, ਜਿਵੇਂ ਕਾਂਗਰਸ ਹੈਗੀ ਹੈ, ਉਸ ਤੋਂ ਬਾਅਦ ਅਕਾਲੀ ਦਲ ਪਾਰਟੀ ਹੈਗੀ ਹੈ, ਉਸ ਤੋਂ ਬਾਅਦ ਭਾਜਪਾ ਵੀ ਹੈਗੀ ਹੈ, ਔਰ ਸਿਮਰਨਜੀਤ ਸਿੰਘ ਮਾਨ ਵੀ ਜਿਹੜੇ ਹੈਗੇ ਨੇ, ਉਹਨਾਂ ਦਾ ਬੰਦੇ ਵੀ ਜਿਹੜੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਜਿਹੜੇ ਨੇ ਉਹ ਜਿਮਨੀ ਚੋਣਾਂ ਦੇ ਵਿੱਚ ਖੜੇ ਨੇ। ਔਰ ਇਹ ਜਿਹੜੀਆਂ ਬਾਕੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਦੀਆਂ ਜਿਹੜੀਆਂ 4 ਪਾਰਟੀਆਂ ਹੈਗੀਆਂ ਨੇ ਜਿਹੜੀਆਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ, ਜੇ ਆਪ ਨੂੰ ਜਿਮਨੀ ਚੋਣਾਂ ਦੇ ਵਿੱਚ ਨੁਕਸਾਨ ਹੁੰਦਾ ਤੇ ਯਕੀਨ ਕਰਿਓ ਕਿ ਬਾਕੀ ਦੀਆਂ ਜਿਹੜੀਆਂ 4 ਪਾਰਟੀਆਂ ਬਚੀਆਂ ਨੇ ਉਹਨਾਂ ਨੂੰ ਇਸ ਚੀਜ਼ ਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਏਗਾ। ਬਿਲਕੁਲ ਠੀਕ ਹੈ। ਬਾਕੀ ਇਹ ਚੀਜ਼ ਦੇਖਣ ਵਾਲੀ ਹੈਗੀ ਆ, ਉਹ ਸਮਾਂ ਦੱਸੇਗਾ ਜਦੋਂ ਵੋਟਾਂ ਪੈ ਜਾਣਗੀਆਂ 10 ਮਈ ਨੂੰ, ਔਰ 10 ਮਈ ਤੋਂ ਬਾਅਦ ਜਦੋਂ ਵੀ ਉਹਨਾਂ ਦਾ ਰਿਜ਼ਲਟ ਆਣਾ 3 ਤਰੀਕ ਨੂੰ ਜਾਂ 4 ਤਰੀਕ ਨੂੰ ਜਦੋਂ ਵੀ ਰਿਜ਼ਲਟ ਆਏਗਾ ਤੇ ਉਸ ਤੋਂ ਬਾਅਦ ਵਿੱਚ ਹੀ ਉਸ ਚੀਜ਼ ਦਾ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਜਿਹੜੀ ਹੈ ਉਹ ਕਿਹਨੇ ਬਾਜੀ ਮਾਰੀ ਹੈ ਔਰ ਕੌਣ ਜਿਹੜਾ ਹੈਗਾ ਉਹ ਜਿੱਤ ਕੇ ਸਾਹਮਣੇ ਆਇਆ। ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ, ਪਰ ਸਮਾਂ ਜਿਹੜਾ ਹੈਗਾ ਉਹ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਫਿਰ ਮਿਲਦੇ ਆ ਇੱਕ ਨਵੇਂ ਮੁੱਦੇ ਤੇ ਉੱਤੇ ਵਿਚਾਰ ਚਰਚਾ ਪ੍ਰੋਗਰਾਮ ਲੈ ਕੇ। ਤਾਂ ਤੱਕ ਮੈਨੂੰ ਤੇ ਮੇਰੇ ਸਾਥੀ ਹਰਵਿੰਦਰ ਸਿੰਘ ਜੀ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਹਰਜਸ ਟੀਵੀ, ਹਰ ਜਸ ਹਰ ਥਾਂ।